ਧੰਨ ਵਾਹਿਗੁਰੂ ਜੀਓ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹ ਪਰਾਂਦ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹ ਪਰਾਂਦ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ ਗਰੀਬ ਨਵਾਜ ਅੰਮ੍ਰਿਤਮਈ ਬਾਣੀ ਦੇ ਸੋਮੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ। ਆਪਾਂ ਸਭਨਾਂ ਨੂੰ ਇਹ ਸੁਭਾਗ ਸਮਾਂ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਇਆ ਹੈ। ਬੜੇ ਸਤਿਕਾਰ ਨਾਲ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਗੁਰੂ ਪਾਤਸ਼ਾਹ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ। ਨਿਯਤ ਸਮੇਂ ਵਿੱਚ ਰਹਿੰਦਿਆਂ ਹੋਇਆਂ ਆਪਾਂ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਬੜੀ ਇਕਾਗਰਤਾ ਦੇ ਨਾਲ ਆਪਣੀਆਂ ਨਿੱਜੀ ਗੱਲਾਂ ਨੂੰ ਸੰਕੋਚਦਿਆਂ ਹੋਇਆਂ ਇਕਾਗਰ ਚਿੱਤ ਹੋ ਕੇ ਸਤਿਗੁਰੂ ਦੀ ਬਾਣੀ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰਨਾ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਜੋ ਲੜੀਵਾਰ ਸਤਿਗੁਰੂ ਦੀ ਬਖਸ਼ਿਸ਼ ਸਦਕਾ ਆਰੰਭ ਕੀਤੀ ਹੈ, ਜਿਸ ਵਿੱਚ ਹੁਣ ਤੱਕ ਤਕਰੀਬਨ 59 ਸ਼ਬਦ 59 ਸ਼ਲੋਕ ਜਿਹੜੇ ਹਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੇ ਸਿਰਲੇਖ ਹੇਠ ਉਹਨਾਂ ਦੀ ਵਿਚਾਰ ਕੀਤੀ ਗਈ ਹੈ। ਕੱਲ ਦੇ ਦੀਵਾਨ ਵਿੱਚ ਜਿਸ ਸ਼ਲੋਕਾਂ ਦੀ ਵਿਚਾਰ ਹੋਈ ਉਸ ਵਿੱਚੋਂ ਇੱਕ ਸ਼ਲੋਕ ਹੈ, ਇਸੇ ਹੀ ਸ਼ਲੋਕ ਤੋਂ ਪਹਿਲਾਂ 59 ਨੰਬਰ ਸ਼ਲੋਕ, ਜਿਸ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਫਰਮਾਇਆ ਵੀ ਜਿਨ੍ਹਾਂ ਕੰਮਾਂ ਦਾ ਤੇਰੇ ਜੀਵਨ ਨੂੰ ਕੋਈ ਲਾਭ ਨਹੀਂ, ਐਸੇ ਭੈੜੇ ਕੰਮਾਂ ਨੂੰ ਵਿਸਾਰ ਦੇ, ਤਿਆਗ ਦੇ, ਮਤਾਂ ਕਿਤੇ ਇਹਨਾਂ ਮੰਦੇ ਅਮਲਾਂ ਕਰਕੇ ਸਾਈਂ ਦੇ ਸਨਮੁਖ, ਪਰਮੇਸ਼ਰ ਦੇ ਸਨਮੁਖ ਤੈਨੂੰ ਸ਼ਰਮਿੰਦਗੀ ਨਾ ਸਹਿਣੀ ਪਵੇ। ਕਿਉਂਕਿ ਸ਼ਲੋਕਾਂ ਦਾ ਇੱਕ ਲੜੀਵਾਰ ਪ੍ਰਕਰਣ ਚੱਲਦਾ ਹੈ। ਹਰ ਇੱਕ ਸ਼ਲੋਕ ਪਹਿਲੇ ਸ਼ਲੋਕ ਦੀ ਵਿਆਖਿਆ ਕਰਦਾ ਹੈ ਤੇ ਇੱਕ ਲੜੀ ਚੱਲਦੀ ਹੈ, ਇੱਕ ਤੰਦ ਹੈ ਜਿਹੜੀ ਸਾਰੇ ਸ਼ਲੋਕਾਂ ਵਿੱਚ ਸਾਂਝੀ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਦੱਸਿਆ ਵੀ ਫਿਰ ਸਾਨੂੰ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਨੇ। ਜੇ ਮੰਦੇ ਕੰਮ ਨਹੀਂ ਕਰਨੇ ਚਾਹੀਦੇ ਤੇ ਫਿਰ ਚੰਗੇ ਕੰਮਾਂ ਦੇ ਵਿੱਚੋਂ ਉੱਤਮ ਕੰਮ ਕਿਹੜਾ ਹੈ ਜਿਹੜਾ ਤੁਹਾਡੀ ਦ੍ਰਿਸ਼ਟੀ ਮੁਤਾਬਕ, ਤੁਹਾਡੀ ਸਮਝ ਮੁਤਾਬਕ ਸਾਨੂੰ ਕਰਨਾ ਚਾਹੀਦਾ ਹੈ। ਉਸ ਦੀ ਖਬਰ ਦਿੰਦਿਆਂ, ਉਸ ਦੀ ਸਮਝ ਦਿੰਦਿਆਂ ਹੋਇਆਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਫਰਮਾਇਆ, ਫਰੀਦਾ ਸਾਹਿਬ ਦੀ ਕਰ ਚਾਕਰੀ। ਉਸ ਅੱਲਾਹ ਦੀ, ਉਸ ਪਰਮੇਸ਼ਰ ਦੀ ਚਾਕਰੀ ਕਰ। ਸਾਹਿਬ ਤੇ ਉਹੀ ਹੈ। ਅਸੀਂ ਭਾਵੇਂ ਸੰਸਾਰ ਦੇ ਅੰਦਰ ਅਦਬ ਨਾਲ, ਰਿਸਪੈਕਟ ਨਾਲ ਜਾਂ ਸਾਡੀ ਬੋਲ ਚਾਲ ਦਾ ਹਿੱਸਾ ਬਣ ਗਿਆ ਕਹਿ ਲਓ, ਸਾਹਿਬ ਸ਼ਬਦ ਹਰ ਚੀਜ਼ ਨਾਲ ਜੋੜਦੇ ਜਾਂਦੇ ਹਾਂ, ਪਰ ਜਿੱਥੋਂ ਤੱਕ ਸੰਸਾਰ ਦੇ ਵਾਹਿਦ ਮਾਲਕ ਦੀ ਗੱਲ ਹੈ, ਉਸ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਹੈ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਅਸਲ ਮਾਲਕ ਜਿਹੜਾ, ਖਸਮ ਜਿਹੜਾ, ਉਹ ਇੱਕੋ ਹੀ ਹੈ। ਕੋਈ 2 ਜਾਂ 3 ਜਾਂ 4 ਜਾਂ ਵਧੇਕ ਨਹੀਂ। ਉਹੀ ਸ੍ਰਿਸ਼ਟੀ ਦਾ ਸਿਰਜਣਹਾਰ ਵੀ ਹੈ, ਪਾਲਣਹਾਰ ਵੀ ਹੈ, ਖਾਤਮਾ ਕਰਨ ਵਾਲਾ ਵੀ ਹੈ, ਓਤ ਪੋਤ ਸਾਰੀ ਕੁਦਰਤ ਵਿੱਚ ਰਮਿਆ ਵੀ ਹੋਇਆ ਹੈ। ਉਸ ਦੇ ਹੁਕਮ ਨਾਲ ਹੀ ਸਾਰੀ ਕਾਇਨਾਤ ਦਾ ਸਿਲਸਿਲਾ ਚੱਲਦਾ। ਤੇ ਚਾਕਰੀ ਤੋਂ ਭਾਵ ਹੈ ਉਸ ਨੂੰ ਸਮਰਪਿਤ ਹੋ ਕੇ ਜੀਣਾ। ਮੈਂ ਕੱਲ ਦੇ ਦੀਵਾਨ ਵਿੱਚ ਇੱਕ ਬੇਨਤੀ ਕੀਤੀ ਸੀ, ਬਾਣੀ ਦਾ ਇੱਕ ਵਾਕ ਹੈ,
सा सेवा कीती सफल है जित सतगुर का मन मन्ने। क्यों जदों बंदे दे अंदर ख्याल पैदा हुंदा है भी की सेवा करा, भी मैं सेवादार बनना चाहुंदा तो किस तरह की सेवा करा, ते जिस दी सेवा करनी है उस दी मर्जी नूं उस दी इच्छा नूं जानना बड़ा जरूरी है। क्योंकि ऐसा ना होवे जिस मालिक की मैं सेवा करनी चाहुंदा मेरा कीता काम नूं पसंद ना होवे ते मैं मेहनत करी जावां ते भरम विच पिया रहां भी मैं बड़ी सेवा करदा, मैं बड़ा काम करदा। असी जिस भी कंपनी विच नौकरी करदे आ, जो सानूं काम दिता जांदा है, जे असी उहनूं छड्ड के दूसरा काम करन लग जाइए जिहड़ा साडे बॉस ने सानूं दिता ही नहीं जां उहनूं चंगा ही नहीं लगदा, कि असी उस कंपनी दे विच एक चंगे नौकर बन के चंगे कर्मचारी बन के रह सकते हैं? बिल्कुल नहीं। इसलिए महाराज ने कहा सेवादार अपने मालिक के सुभाव नूं सब तो पहला समझे भी परमेश्वर का मालिक का सुभाव की है। जिन्ना चिर असी अपने गुरु के सुभाव तो जाणू नहीं उन्ना चिर गुरु की सेवा भी किस तरह की करांगे जो सानू पता ही नहीं साडा गुरु चाहुंदा की है, गुरु की मर्जी की है, गुरु नूं चंगा की लगता है, गुरु का सुभाव किहो जिहा है। तो असल सेवादार वो है जिहड़ा अपने मालिक के सुभाव का भेद पा लवे। भाई लहणा जी का असीं जीवन पढ़ते हैं ना, क्यों हर प्रीख्या विचों पास होंदे सन, क्यों महाराज गुरु नानक साहब सच्चे पातशाह उन्होंने दिलों जान नाल मुहब्बत करते सन, क्योंकि वो गुरु नानक साहब जी के सुभाव का भेद जानते सन। सतगुरु के सुभाव तो सतगुरु की सोच तो महाराज दे सोचनी तो चंगी तरह जाणू हो। जो महाराज ने कहा ना तट फट उवें ही कर विखाया। तो जिन्होंने ये सी भी चुस्ती चलाकी भी असी आ करांगे तो महाराज इंप्रैस हो जाण, गुरु नूं इंप्रैस करना, गुरु नूं प्रभावित नहीं, गुरु तो प्रभावित होना है। जदों असी गुरु तो प्रभावित हो जाने आ तो फिर साडा कर्म भी गुरु की मत के अकॉर्डिंग हो जाता है, तरीके मुताबक हो जाता है, गुरु नूं असी चंगे लगते हैं। तो जदों असी ये सोचते ना मैं गुरु नूं प्रभावित करना है, मैं गुरु नूं प्रभावित करना, मैं इंप्रैस करना, मैं उहो जिहा काम करना भी गुरु मेरे तो प्रभावित हो जाए, कि इन्ना हुनर है मेरे अंदर, इन्नी कला है मेरे अंदर, भी मेरी उस कला के उत्ते गुरु आशीष कर उठे भी वाह आ तां चीज़ कदे वेखी नहीं सी। उत्थे हौं है, उत्थे अहंकार है। ते फरमाया कहण लगे साहिब दी कर चाकरी दिल दी लाह भरा, जिहड़ी चाकरी सेवा होनी है वो भटकना च नहीं होनी, भ्रांति विच नहीं होनी, भाव सज्जे खब्बे आसे पासे का ध्यान छड्ड के अपने साहिब की मर्जी के उत्ते केंद्रित हो। वो की चाहुंदा है? जे तेरे मन अंदर अजे भी आसे पासे की भटकना बनी हुई है, ख्याल बनया होया है, उम्मीदां तू रखियां होईयां ने, ते तू सच्चा सेवक नहीं है। दरवेशां नूं लोड़ी है रुखां दी जीरांद। दरवेश तो भाव की है? फारसी भाषा का यह शब्द है दर आवेज। इसका मतलब है जिसने अल्लाह दा रब दा दरवाजा बरूहां नूं हथ पा लिया, रब दा दरवाजा मल लिया, होर आसे पासे का ध्यान त्याग दिता, उन्होंने दरवेश कहते। दरपुर आवेज जिसने केवल दरवाजा मल लिया तो जिहड़ा होर किसी दर ते भटकना नहीं चाहुंदा उस दरवाजे नूं मल के बह गया, केवल एक दरवाजे का एक दर दा हो के रह गया, उसनूं दरवेश आख्या जाता। दरवेश का दूजा फकीर भी किया जाता है, तो फकीर का मायना भी यही है। दरवेशां नूं लोड़ी है। जे तू सचमुच उस दे दर दा जाचक होना चाहुंदा है तो तैनूं की करना पएगा? रुखां दी जीरांद। जीरांद का मतलब हुंदा सहनशीलता, धीरज, टिकाओ, कि तेरे अंदर रुखां वर्गी दरख्तां वर्गी जिरांद चाहिदी है, धीरज चाहिदा है, सहनशीलता चाहिदी है। तैनूं फिर गुरु का वचन सहना पएगा। गुर की आग्या मन में सह। इवें नहीं होएगा भी जिहड़ी गल तैनूं चंगी लगी तू कहेगा भी मेरा गुरु नाल बड़ा नेड़े का संबंध है, मैं गुरु का वचन मानदा, ते जिहड़ी गल चंगी ना लगी तू कह दैं जी कलयुग है, कित्थे मन्निया जांदा है। जिहड़ी गल तैनूं चंगी ना लगी तू उहदे तो कंड दे जाए, मोड़ा कट जाए, बहाने करन लग पवे, नहीं। उत्थे फिर सहन करना है। हस्ती सिर ज्यों अंकुश है, ऐरण ज्यों सिर दे।
ਸਹਿਣਸ਼ੀਲਤਾ ਕਾਹਦੇ ਲਈ ਰੱਖਣੀ ਹੈ, ਧੀਰਜ ਕਾਹਦੇ ਲਈ ਰੱਖਣਾ ਹੈ? ਵੀ ਗੁਰੂ ਦਾ ਜੋ ਵੀ ਹੁਕਮ ਭਾਵੇਂ ਮੇਰੇ ਸੁਭਾਅ ਨਾਲ ਮੇਲ ਖਾਂਦਾ ਹੈ ਚਾਹੇ ਨਹੀਂ ਖਾਂਦਾ, ਮੈਂ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਨਾ ਹੈ, ਮੰਨਣਾ ਹੈ, ਉਸ ਨੂੰ ਇੰਜੋਏ ਕਰਨਾ ਹੈ, ਉਸ ਨੂੰ ਜੀਣਾ ਹੈ। ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ, ਰੁੱਖ ਵਰਗੀ ਸਹਿਣਸ਼ੀਲਤਾ। ਇਹਦੀ ਉਦਾਹਰਣ ਪੰਚਮ ਪਾਤਸ਼ਾਹ ਨੇ ਰਾਗ ਮਾਰੂ ਵਿੱਚ ਬਖਸ਼ੀ ਹੈ। ਗਰੀਬ ਨਵਾਜ ਨੇ ਫਰਮਾਇਆ, ਕਹਿਣ ਲੱਗੇ, ਸ਼ਸਤਰ ਤੀਕਣ ਕਾਟ ਡਾਰਿਓ। ਇੱਕ ਹਰਿਆ ਭਰਿਆ ਰੁੱਖ ਹੋਵੇ ਨਾ, ਜਿਹਨੂੰ ਫਲ ਲੱਗੇ ਹੋਣ, ਕਈ ਵਾਰ ਲੋਕ ਉਹਨੂੰ ਪੱਥਰ ਮਾਰਦੇ ਨੇ, ਜਿੱਥੋਂ ਤੱਕ ਹੱਥ ਨਾ ਪਹੁੰਚੇ ਫਿਰ ਉਹਨੂੰ ਪੱਥਰ ਮਾਰ ਕੇ ਤੇ ਉਤੋਂ ਫਲ ਝਾੜਦੇ ਨੇ। ਉਹਨੂੰ ਪੱਥਰ ਵੱਜਦਾ ਤੇ ਬਦਲੇ ਵਿੱਚ ਉਤੋਂ ਫਲ ਡਿੱਗਦਾ। ਫਿਰ ਜਦੋਂ ਕੋਈ ਵੇਖਦਾ ਵੀ ਇਸ ਦੀ ਲੱਕੜ ਬੜੀ ਵਧੀਆ ਹੈ, ਲਾਭ ਦੇਣ ਵਾਲੀ ਹੈ, ਉਹ ਤਿੱਖੇ ਔਜ਼ਾਰ ਹਥਿਆਰ ਲੈ ਕੇ ਉਸ ਨੂੰ ਆ ਕੇ ਕੱਟ ਦਿੰਦਾ, ਰੁੱਖ ਨੂੰ ਜੜੋਂ ਪੁੱਟ ਦਿੰਦਾ। ਉਸ ਰੁੱਖ, ਜਿਹੜਾ ਰੁੱਖ ਛਾਂ ਦੇ ਰਿਹਾ ਸੀ, ਫਲ ਦੇ ਰਿਹਾ ਸੀ, ਭਲਾਈ ਕਰ ਰਿਹਾ ਸੀ ਨਾ, ਫਿਰ ਵੀ ਉਸ ਨੂੰ ਵੱਢ ਦਿੱਤਾ। ਤੇ ਵੱਡੇ ਹੋਏ ਰੁੱਖ ਨੇ ਕੀ ਕੀਤਾ? ਉਸ ਦੀ ਲੱਕੜ ਨੇ ਸੜ ਕੇ ਕੋਲੇ ਬਣ ਕੇ ਲੋਕਾਂ ਨੂੰ ਅੱਗ ਦਿੱਤੀ, ਪ੍ਰਕਾਸ਼ ਦਿੱਤਾ, ਭੋਜਨ ਪਕਾਇਆ। ਤੇ ਬਚੀ ਹੋਈ ਲੱਕੜ ਦੀ ਕਿਸੇ ਨੇ ਫਿਰ ਫਰਨੀਚਰ ਬਣਾ ਲਿਆ, ਕੋਈ ਉਹਦੇ ਬੈੱਡ ਦੇ ਉੱਤੇ ਸੌਂਦਾ ਹੈ, ਕੋਈ ਉਹਦੇ ਸੋਫੇ ਤੇ ਬੈਠਦਾ ਹੈ, ਕੋਈ ਉਸ ਦੀ ਕੁਰਸੀ ਬਣਾ ਕੇ ਉਹਦੇ ਤੇ ਬੈਠਦਾ ਹੈ। ਉਹ ਫਿਰ ਵੀ ਭਲਾ ਕਰ ਰਿਹਾ, ਵੱਢਣ ਵਾਲੇ ਦਾ ਵੀ ਭਲਾ ਕਰ ਰਿਹਾ। ਫਿਰ ਕਿਸੇ ਨੇ ਕੀ ਕੀਤਾ? ਉਸ ਵੱਢੀ ਹੋਈ ਲੱਕੜ ਦੇ ਫੱਟੇ ਜੋੜ ਕੇ ਬੇੜੀ ਬਣਾ ਲਈ ਤੇ ਉਸ ਬੇੜੀ ਦੇ ਵਿੱਚ ਬਹਿ ਕੇ ਉਹ ਦਰਿਆ ਦੀ ਸੈਰ ਕਰਦਾ, ਪਾਣੀ ਦੀ ਸੈਰ ਕਰਦਾ, ਤੇ ਉਹ ਲੱਕੜ ਉਸ ਵੱਢਣ ਵਾਲੇ ਬੰਦੇ ਨੂੰ ਵੀ ਨਦੀ ਤੋਂ ਪਾਰ ਕਰਦੀ ਹੈ, ਦਰਿਆ ਤੋਂ ਪਾਰ ਕਰਦੀ। ਇਹ ਪ੍ਰਤੀਕ ਹੈ ਨਾ। ਕਹਿੰਦੇ ਨੇ ਤੇਰੇ ਅੰਦਰ ਇੰਨਾ ਧੀਰਜ ਹੋਣਾ ਚਾਹੀਦਾ ਹੈ ਵੀ ਤੂੰ ਇੰਨਾ ਭਲਾ ਹੋ ਜਾਏ, ਅੰਦਰੋਂ ਦਰਵੇਸ਼ ਹੋ ਜਾਏ, ਵੀ ਤੇਰਾ ਕੋਈ ਬੁਰਾ ਕਰਨ ਵਾਲਾ ਵੀ ਹੋਵੇ ਨਾ ਤੇ ਤੂੰ ਉਹਦੇ ਮਗਰ ਲੱਗ ਕੇ ਬੁਰਾ ਨਾ ਬਣੇ, ਬਲਕਿ ਤੂੰ ਆਪਣੀ ਭਲਾਈ ਦਾ ਪੱਲਾ ਨਾ ਛੱਡੇ। ਤੂੰ ਉਹਦੇ ਲਈ ਵੀ ਕਾਮਨਾ ਕਰੇ ਵੀ ਹੇ ਵਾਹਿਗੁਰੂ ਇਹਨੂੰ ਸਮੱਤ ਬਖਸ਼ੋ, ਇਸ ਦਾ ਭਲਾ ਕਰਨਾ, ਇਸ ਨੂੰ ਅਕਲ ਦਾਨ ਦਿਓ। ਤੂੰ ਬੁਰੇ ਵਾਂਗ ਬੁਰਾ ਬਣ ਕੇ ਬਦ ਨਾਲ ਬਦ ਨਹੀਂ ਹੋਣਾ, ਬਲਕਿ ਆਪਣੀ ਭਲਾਈ ਦਾ ਪੱਲਾ ਨਹੀਂ ਛੱਡਣਾ। ਸਤਿਗੁਰੂ ਦੀ ਬਾਣੀ ਦਾ ਇੱਕ ਵਾਕ ਆਪਾਂ ਅਕਸਰ ਪੜ੍ਹਦੇ ਹਾਂ, ਜਿਸ ਵਿੱਚ ਸ਼੍ਰੀ ਹਜ਼ੂਰ ਨੇ ਕਿਹਾ, ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ, ਹਰ ਜਨ ਰਾਮ ਨਾਮ ਗੁਣ ਗਾਵੇ। ਪਰਮੇਸ਼ਰ ਦਾ ਪਿਆਰਾ ਰੱਬੀ ਗੁਣਾ ਨਾਲ ਇੱਕ ਸੁਰ ਹੁੰਦਾ ਹੈ। ਫਿਰ ਅੱਗੇ ਕੀ ਹੈ? ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪੁਨਾ ਗੁਣ ਨਾ ਗਵਾਵੇ। ਜੇ ਐਸੇ ਨੇਕ ਅਮਲ ਤੇ ਨੇਕ ਰਾਹ ਤੇ ਤੁਰਨ ਵਾਲੇ ਮਨੁੱਖ ਦੀ ਕੋਈ ਨਿੰਦਾ ਵੀ ਕਰੇ ਨਾ, ਉਸ ਨੂੰ ਮਾੜਾ ਵੀ ਕਹੇ, ਤੇ ਉਹ ਲੋਕਾਂ ਦੀ ਨਿੰਦਾ ਸੁਣ ਕੇ ਆਪਣਾ ਗੁਣ ਨਹੀਂ ਗਵਾਉਂਦਾ, ਆਪਣੇ ਗੁਣ ਨੂੰ ਮਜ਼ਬੂਤੀ ਦੇ ਨਾਲ ਜੀਂਦਾ, ਆਪਣਾ ਰਸਤਾ ਨਹੀਂ ਬਦਲਦਾ। ਉਹ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਭੂਤਨਾ ਕਿਹਾ, ਬਿਤਾਲਾ ਕਿਹਾ, ਕੁਰਾਈਆ ਕਿਹਾ। ਜੇ ਸਤਿਗੁਰੂ ਦੂਸਰਿਆਂ ਦੀ ਗੱਲ ਉੱਤੇ ਗੌਰ ਕਰਨ ਵਾਲੇ ਹੁੰਦੇ ਤੇ ਘਰੇ ਬਹਿ ਜਾਂਦੇ ਵੀ ਮੈਂ ਤੇ ਪਟਵਾਰੀ ਦਾ ਪੁੱਤਰ ਹਾਂ, ਵਿਆਹੇ ਵੀ ਪਟਵਾਰੀ ਦੇ ਘਰ, ਖੁਦ ਵੀ ਪੜ੍ਹੇ ਲਿਖੇ, ਜੀਜਾ ਭਾਈਆ ਜੈ ਰਾਮ ਜੀ ਬਹੁਤ ਵੱਡੀ ਉੱਚੀ ਪਦਵੀ, ਸਰਕਾਰੀ ਪਦਵੀ ਤੇ ਹੈ, ਉਹਨਾਂ ਦੀ ਸਿਫਾਰਿਸ਼ ਨਾਲ ਨੌਕਰੀ ਵੀ ਮਿਲੀ ਮੋਦੀ ਖਾਨੇ ਦੀ, ਫੂਡ ਸਪਲਾਈ ਮਹਿਕਮੇ ਦੀ ਬੜੀ ਉੱਚੀ ਪੋਸਟ ਸੀ ਮੋਦੀ ਖਾਨਾ। ਪਰ ਸਤਿਗੁਰੂ ਮਹਾਰਾਜ ਸਫ਼ਰ ਉੱਤੇ ਨੇ, ਭੁੱਖ ਕੱਟਦਿਆਂ, ਤੇ ਕੱਟਦਿਆਂ, ਗਰਮੀ ਸਰਦੀ, ਲੋਕਾਂ ਦੇ ਬੋਲ ਕਬੋਲ, ਕਿਸੇ ਨੇ ਆਖਿਆ ਕੁਰਾਈਆ, ਕਿਸੇ ਨੇ ਕਿਹਾ ਭੂਤਨਾ ਹੈ, ਬੇਤਾਲਾ ਹੈ, ਕਿਸੇ ਨੇ ਕੁਝ, ਕਿਸੇ ਨੇ ਕੁਝ। ਤੇ ਸਤਿਗੁਰੂ ਕਹਿ ਸਕਦੇ ਸਨ, ਮੈਂ ਪਟਵਾਰੀ ਦਾ ਪੁੱਤਰ ਹਾਂ, ਪਟਵਾਰੀਆਂ ਘਰੇ ਵਿਆਹ ਆ, ਬਹੁਤ ਉੱਚੀ ਪਦਵੀ ਛੱਡ ਕੇ ਆਇਆ, ਜਿਹਦੇ ਲਈ ਤੁਸੀਂ ਯੋਗ ਨਹੀਂ ਸੀ, ਮੈਂ ਚੁਣਿਆ ਗਿਆ ਉਸ ਪਦਵੀ ਲਈ, ਪੜ੍ਹਿਆ ਲਿਖਿਆ ਆਦਮੀ ਹਾਂ, ਤੁਸੀਂ ਕੌਣ ਹੁੰਦੇ ਹੋ ਮੈਨੂੰ ਕੁਰਾਈਆ ਕਹਿਣ ਵਾਲੇ? ਮੈਂ ਕੀ ਲੈਣਾ ਤੁਹਾਡਾ ਭਲਾ ਕਰਕੇ? ਮੈਂ ਕੀ ਲੈਣਾ ਤੁਹਾਡੇ ਲੋਕਾਂ ਦਾ ਭਵਿੱਖ ਸਵਾਰ ਕੇ? ਮੈਂ ਗੱਲਾਂ ਸੁਣ ਨਹੀਂ ਆਇਆ। ਪਰ ਸਤਿਗੁਰੂ ਨੇ ਆਖਿਆ, ਇਹ ਬਚਨ ਇਹੋ ਜਿਹੀ ਕੌੜੀ ਭਾਸ਼ਾ ਬੋਲਦਾ ਹੀ ਉਹ ਹੈ ਜਿਹਨੂੰ ਸੋਝੀ ਨਾ ਹੋਵੇ। ਧਿਆਨ ਵਿੱਚ ਰੱਖਣਾ, ਜਿਹਦੇ ਪੱਲੇ ਕੁੜੱਤਣ ਹੈ ਨਾ, ਉਹਨੇ ਕੁੜੱਤਣ ਹੀ ਵੰਡਣੀ ਹੈ, ਉਹ ਮਿਠਾਸ ਨਹੀਂ ਵੰਡ ਸਕਦਾ। ਜਿਸ ਦੇ ਜੀਵਨ ਵਿੱਚ ਸੁਭਾਅ ਹੁੰਦਾ ਨਾ, ਮਨੁੱਖ ਨੇ ਸੁਭਾਅ ਹੀ ਸਾਰੀ ਜ਼ਿੰਦਗੀ ਇਹ ਕਮਾਇਆ ਹੋਵੇ ਵੀ ਜੇ ਕੋਈ ਚੰਗਾ ਵੀ ਕੰਮ ਕਰ ਰਿਹਾ ਹੋਵੇ ਨਾ, ਤੇ ਉਸ ਬੰਦੇ ਨੂੰ ਚੰਗਾ ਨਹੀਂ ਕਹਿਣਾ ਕਦੇ। ਇੰਨੇ ਬੰਦੇ ਕਈ ਵਾਰ ਕੰਜੂਸੀ ਕਰ ਜਾਂਦੇ ਨੇ, ਸ਼ਾਬਾਸ਼ੇ ਵੀ ਨਹੀਂ ਦੇ ਸਕਦੇ। ਸ਼ਾਬਾਸ਼ੇ ਛੱਡੋ, ਚੋਪੀ ਰਹਿ ਲੈਣ ਬੰਦੇ,
ਪਰ ਨਹੀਂ, ਸੁਭਾਅ ਹੈ ਵੀ ਜੇ ਕੋਈ ਚੰਗਾ ਕੰਮ ਕਰ ਵੀ ਰਿਹਾ ਹੋਵੇ ਉਹਦਾ ਦਿਲ ਤੋੜਨਾ ਹੈ, ਉਹਨੂੰ ਮੰਦਾ ਚੰਗਾ ਬੋਲਣਾ, ਇਹੋ ਜਿਹਾ ਇਨਵਾਇਰਮੈਂਟ ਸਿਰਜਣਾ ਵੀ ਉਹ ਬੰਦਾ ਥੱਕ ਕੇ, ਅੱਕ ਕੇ, ਦੁਖੀ ਹੋ ਕੇ, ਪਰੇਸ਼ਾਨ ਹੋ ਕੇ ਘਰੇ ਹੀ ਬਹਿ ਜਾਏ। ਸਾਡੇ ਸਮਾਜ ਵਿੱਚ ਇਹ ਰੋਗ ਬਹੁਤ ਵੱਡਾ ਹੈ, ਇਹ ਬਿਮਾਰੀ ਸਭ ਤੋਂ ਉੱਚੀ ਹੈ। ਜੇ ਕੋਈ ਕੁਰਾਏ ਪੈ ਜਾਏ ਤੇ ਉਹਨੂੰ ਤਾਂ ਅਸੀਂ ਨਿੰਦਣਾ ਹੀ ਹੁੰਦਾ, ਤੇ ਜੇ ਕੋਈ ਚੰਗਾ ਕੰਮ ਵੀ ਕਰਨ ਲੱਗ ਜਾਏ ਨਾ ਤੇ ਉਹਦੀ ਵੀ ਭੰਡੀ ਬਰਾਬਰ ਹੀ ਕਰਨੀ ਹੁੰਦੀ ਹੈ, ਵੀ ਫਰਕ ਹੀ ਨਾ ਰਹਿ ਜਾਏ ਮਾੜਾ ਕੰਮ ਕਰਨ ਵਾਲੇ ਤੇ ਚੰਗਾ ਕੰਮ ਕਰਨ ਵਾਲੇ 'ਚ। ਤੇ ਸਤਿਗੁਰੂ ਸੰਸਾਰ ਦੇ ਲੋਕਾਂ ਦੇ ਸੁਭਾਅ ਤੋਂ ਜਾਣੂ ਸਨ, ਤੇ ਮਹਾਰਾਜ ਨੇ ਇਸ ਸੁਭਾਅ ਤੋਂ ਅਵਗਤ ਹੁੰਦਿਆਂ ਹੋਇਆਂ ਹੀ ਇਹ ਗੱਲ ਕਹੀ ਵੀ ਜੇ ਧਰਮ ਕਮਾਉਣਾ ਹੈ ਤੇ ਇਹ ਗੱਲ ਚੇਤੇ ਵਿੱਚ ਰੱਖਣੀ ਪਏਗੀ। ਕੋਈ ਜ਼ਰੂਰੀ ਨਹੀਂ ਲੋਕ ਤੈਨੂੰ ਚੰਗਾ ਹੀ ਕਹਿਣ, ਤੈਨੂੰ ਆਪਣਾ ਮਨ, ਆਪਣੀ ਸੁਰਤ ਇੰਨੀ ਸਟਰੋਂਗ ਤੇ ਮਜ਼ਬੂਤ ਕਰਨੀ ਪੈਣੀ ਹੈ। ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕੋਈ ਭਲਾ ਕਹੇ ਚਾਹੇ ਬੁਰਾ ਕਹੇ, ਜਦੋਂ ਤੂੰ ਮਾਲਕ ਨੂੰ ਸਮਰਪਿਤ ਹੋ ਗਿਆ, ਤੇਰਾ ਏਮ ਪਰਮੇਸ਼ਰ ਦੀ ਸੇਵਾ ਹੈ, ਤੇਰਾ ਏਮ ਗੁਰੂ ਦੀ ਸੇਵਾ ਹੈ। ਲੋਕਾਂ ਦੀਆਂ ਜਲੀਆਂ ਕਟੀਆਂ ਦੇ ਉੱਤਰ ਦੇਣਾ ਨਹੀਂ, ਉਹ ਤਾਂ ਕੁਝ ਵੀ ਕਹਿ ਸਕਦੇ ਨੇ। ਇਸ ਲਈ ਤੂੰ ਕੀ ਕਰਨਾ ਹੈ? ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਿਰਾਂਦ। ਫਿਰ ਅੱਗੇ ਜਾ ਕੇ ਫਰਮਾਇਆ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼। ਪਰ ਕਈ ਐਸੇ ਨੇ ਜਿਨ੍ਹਾਂ ਨੇ ਧੀਰਜ ਨਹੀਂ ਕਮਾਇਆ, ਗੁਣ ਨਹੀਂ ਕਮਾਇਆ ਦਰਵੇਸ਼ੀ ਦਾ, ਪਰ ਦਰਵੇਸ਼ ਦਿਸਣ ਲੱਗ ਪੈਂਦੇ ਨੇ। ਮੈਂ ਅੱਗੇ ਇੱਕ ਉਦਾਹਰਨ ਦਿੱਤੀ ਸੀ, ਪਿੱਛੇ ਇੱਕ ਸ਼ਲੋਕ ਆਇਆ, ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਤੇ ਮੈਂ ਇੱਕ ਉਦਾਹਰਨ ਦਿੱਤੀ ਸੀ ਵੀ ਸੂਫੀ ਫਕੀਰ ਜਿਹੜੇ ਸਨ ਨਾ, ਸੂਫੀ, ਪੁਰਾਣੇ ਸੂਫੀ, ਜਿਨ੍ਹਾਂ ਨੂੰ ਅਸੀਂ ਬੜੇ ਸਨਮਾਨ ਨਾਲ ਯਾਦ ਕਰਦੇ ਹਾਂ, ਸ਼ਮਸ ਤਬਰੇਜ਼ ਵਰਗੇ, ਮਨਸੂਰ ਵਰਗੇ, ਬਾਬਾ ਸ਼ੇਖ ਫਰੀਦ ਸਾਹਿਬ ਵਰਗੇ, ਹਜ਼ਰਤ ਨਿਜ਼ਾਮੁਦੀਨ ਔਲੀਆ ਵਰਗੇ, ਜਿਨ੍ਹਾਂ ਦੇ ਜੀਵਨ ਦਾ ਪ੍ਰਭਾਵ ਸੀ ਸਮਾਜ ਦੇ ਉੱਤੇ, ਔਰ ਉਹਨਾਂ ਦੀ ਸਾਦਗੀ, ਉਹਨਾਂ ਦੇ ਜੀਵਨ ਦੀ ਪਵਿੱਤਰਤਾ, ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਸੀ। ਬਾਬਾ ਸ਼ੇਖ ਫਰੀਦ ਸਾਹਿਬ ਦਾ ਜੀਵਨ ਪੜ੍ਹੋ, ਉਹਨਾਂ ਨੂੰ ਸ਼ਕਰਗੰਜ ਕਿਹਾ ਜਾਂਦਾ ਸੀ। ਸ਼ਕਰਗੰਜ, ਗੰਜ ਮਤਲਬ ਖਜ਼ਾਨਾ ਹੁੰਦਾ ਤੇ ਸ਼ਕਰ ਮਿਠਾਸ ਹੁੰਦੀ ਹੈ, ਮਿਠਾਸ ਦਾ ਖਜ਼ਾਨਾ। ਕੁਝ ਲੋਕਾਂ ਨੇ ਲਿਖਿਆ ਵੀ ਇਹ ਨਾਂ ਉਹਨਾਂ ਦਾ ਇਸ ਕਰਕੇ ਪਿਆ ਵੀ ਉਹਨਾਂ ਦੇ ਜੀਵਨ 'ਚ ਇੰਨਾ ਤਹੰਮੁਲ, ਉਹਨਾਂ ਦੇ ਜੀਵਨ 'ਚ ਇੰਨੀ ਸਹਿਣਸ਼ੀਲਤਾ, ਇੰਨਾ ਧੀਰਜ, ਇੰਨੀ ਮਿਠਾਸ ਸੀ ਕਿ ਲੋਕ ਕਹਿੰਦੇ ਸਨ ਬਾਬਾ ਸ਼ੇਖ ਫਰੀਦ ਸਾਹਿਬ ਦੇ ਨੇੜੇ ਤੇੜੇ ਵੀ ਕੁੜੱਤਣ ਹੈ ਨਹੀਂ, ਖਿਝ ਹੈ ਨਹੀਂ ਕਿਸੇ ਲਈ। ਇੱਕ ਤਾਂ ਹੁੰਦੀ ਨਾ ਮਿਠਾਸ, ਇੱਕ ਹੈ ਮਿਠਾਸ ਦਾ ਘਰ, ਮਿਠਾਸ ਦਾ ਖਜ਼ਾਨਾ। ਉੱਥੋਂ ਉਹਨਾਂ ਦਾ ਨਾਮ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਜਿਹੜਾ ਵਿਸ਼ੇਸ਼ਣ ਦੁਨੀਆ ਨੇ ਦਿੱਤਾ, ਉਹਨਾਂ ਨੂੰ ਜੋ ਮਾਣ ਦਿੱਤਾ, ਉਹ ਸੀ ਸ਼ਕਰਗੰਜ। ਕੋਈ ਗੰਜ ਸ਼ਕਰ ਵੀ ਕਹਿ ਦਿੰਦੇ ਨੇ, ਸ਼ਕਰਗੰਜ, ਮਿਠਾਸ ਦਾ ਘਰ। ਤੇ ਇਹ ਮਿਠਾਸ ਜਿਹੜੀ ਉਹਨਾਂ ਨੇ ਕਮਾਈ, ਤੇ ਪਤਾ ਜਦੋਂ ਮਿਠਾਸ ਨੂੰ ਕਮਾਇਆ ਜਾਂਦਾ ਤੇ ਮਿਠਾਸ ਨੂੰ ਕਮਾਉਣ ਵਾਲਾ, ਧੀਰਜ ਨੂੰ ਕਮਾਉਣ ਵਾਲਾ ਜਿਹੜਾ ਵਿਅਕਤੀ ਹੈ, ਉਹਨੂੰ ਦੁਨੀਆ ਦਾ ਕਿੰਨਾ ਕੁਝ ਬਰਦਾਸ਼ਤ ਕਰਕੇ ਉਸ ਨੂੰ ਅਣਸੁਣਿਆ ਕਰਨਾ ਤੇ ਅਣਡਿੱਠ ਕਰਨਾ ਪੈਂਦਾ। ਤੇ ਬਾਬਾ ਸ਼ੇਖ ਫਰੀਦ ਸਾਹਿਬ ਵਰਗੇ ਮਹਾਨ ਉੱਚ ਆਤਮਾ ਲੋਕ ਜਿਹੜੇ ਸਨ, ਹੁਣ ਉਹਨਾਂ ਦਾ ਜਿਹੜਾ ਸਤਿਕਾਰ ਉਹਨਾਂ ਦੇ ਗੁਣਾਂ ਤੇ ਉਹਨਾਂ ਦੇ ਜੀਵਨ ਕਰਕੇ ਸੀ। ਪਰ ਕਈ ਐਸੇ ਵੀ ਸਨ ਜਿਨ੍ਹਾਂ ਨੇ ਵੇਖਿਆ ਵੀ ਫਕੀਰਾਂ ਦਾ, ਸੂਫੀਆਂ ਦਾ ਬੜਾ ਮਾਣ ਹੈ ਸੁਸਾਇਟੀ ਵਿੱਚ, ਸਮਾਜ ਵਿੱਚ, ਉਹਨਾਂ ਨੇ ਉਹਨਾਂ ਵਰਗੇ ਵਸਤਰ ਧਾਰਨ ਕਰ ਲਏ ਵੀ ਚਲੋ ਜੇ ਜੀਵਨ ਉਹੋ ਜਿਹਾ ਨਹੀਂ ਘੜ ਸਕੇ, ਉਹਨਾਂ ਵਰਗਾ ਰੂਪ ਬਣਾ ਲੈਨੇ, ਘੱਟੋ ਘੱਟ ਸਾਨੂੰ ਲੋਕ ਸਾਧੂ ਤੇ ਕਹਿਣਗੇ ਹੀ ਨਾ, ਸਾਨੂੰ ਲੋਕ ਸੂਫੀ, ਫਕੀਰ, ਦਰਵੇਸ਼ ਹੀ ਸਮਝ ਲੈਣਗੇ। ਉਹਨਾਂ ਕੀ ਕੀਤਾ? ਬਾਬਾ ਸ਼ੇਖ ਫਰੀਦ ਸਾਹਿਬ ਉਦਾਹਰਣ ਤੇ ਉਹਨਾਂ ਦੀ ਦਿੰਦੇ ਨੇ, ਪਰ ਆਪਣੇ ਤੇ ਢੁਕਾ ਕੇ ਦਿੰਦੇ ਨੇ, ਆਪਣੇ ਤੇ ਢੁਕਾ ਕੇ ਉਦਾਹਰਣ ਦੇ ਰਹੇ ਨੇ। ਕਹਿਣ ਲੱਗੇ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਸੂਫੀ ਜਿਹੜੇ ਸਨ ਉਹਨਾਂ ਦੇ ਕਾਲੇ ਕੱਪੜੇ ਪਹਿਨਦੇ ਸਨ। ਇੱਕ ਸਮਾਂ ਆਇਆ ਜਦੋਂ ਕਾਜ਼ੀਆਂ ਨੇ ਸੂਫੀਆਂ ਤੇ ਜ਼ੁਲਮ ਕੀਤੇ ਤੇ ਸੂਫੀਆਂ ਨੇ ਰੋਸ ਵਜੋਂ ਕਾਲੇ ਵਸਤਰ ਧਾਰਨ ਕਰ ਲਏ। ਉਹਨੂੰ ਸੂਫਗਲ ਵੀ ਕਿਹਾ ਪਿਛਲੇ ਸ਼ਲੋਕਾਂ ਵਿੱਚ।
ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ। ਗੁਨਾਹੀ ਦਾ ਮਤਲਬ ਗੁਨਾਹਾਂ ਨਾਲ। ਨੰਨੇ ਨੂੰ ਭਾਵੇਂ ਕੰਨਾ ਨਹੀਂ ਲੱਗਿਆ ਹੋਇਆ, ਪਰ ਇਸ ਦਾ ਭਾਵ ਗੁਨਾਹ ਹੀ ਹੈ। ਅੰਦਰੋਂ ਮੈਂ ਗੁਨਾਹਾਂ ਦੇ ਨਾਲ ਭਰਿਆ ਹੋਇਆ, ਪਰ ਲੋਕ ਮੇਰਾ ਕਾਲਾ ਵੇਸ ਵੇਖ ਕੇ ਕੀ ਕਹਿੰਦੇ ਨੇ? ਲੋਕ ਕਹੈ ਦਰਵੇਸ਼। ਇਹ ਤਾਂ ਫਕੀਰ ਲੱਗਦਾ, ਰੱਬ ਦਾ ਬੰਦਾ ਲੱਗਦਾ, ਇਹ ਤਾਂ ਕੋਈ ਪਹੁੰਚੀ ਹੋਈ ਆਤਮਾ ਲੱਗਦਾ। ਤੇ ਇਸੇ ਤਰ੍ਹਾਂ ਹੀ ਹੋਇਆ ਨਾ, ਸੰਸਾਰ ਦੇ ਅੰਦਰ ਪਹਿਰਾਵਾ, ਲੁੱਕ ਜਿਹੜੀ ਸੀ ਉਹ ਵਿਕ ਗਈ, ਉਹਦਾ ਮੁੱਲ ਸੀ, ਲੋਕ ਉਹਨੂੰ ਵੇਖਦੇ ਸਨ। ਪਹਿਰਾਵਾ ਵੇਖਿਆ ਤੇ ਲੋਕੀ ਗੋਡੀ ਡਿੱਗ ਪਏ, ਪੈਰੀਂ ਡਿੱਗ ਪਏ, ਜਾਇਦਾਦਾਂ ਤੇ ਇਜ਼ਤਾਂ ਨਾਂ ਲਵਾ ਦਿੱਤੀਆਂ, ਤੇ ਸਦੀਆਂ ਪੀੜ੍ਹੀ ਦਰ ਪੀੜ੍ਹੀ ਪੂਜਾ ਹੋ ਰਹੀ। ਕਮਾਲ ਦੀ ਖੇਡ ਇਹ ਹੈ, ਹੋ ਸਕਦਾ ਕਿਸੇ ਦੇ ਮਨ ਨੂੰ ਤਕਲੀਫ ਦੇ ਵੀ ਹੋਵੇ ਗੱਲ। ਕੋਈ ਸਮਾਂ ਸੀ ਮਹਾਤਮਾ ਹੋਣਾ ਇੱਕ ਕਮਾਈ ਦਾ ਸੂਚਕ ਸੀ, ਪਰ ਅੱਜ ਮਹਾਤਮਾ ਹੋਣ ਲਈ ਕਮਾਈ ਦੀ ਲੋੜ ਨਹੀਂ, ਰਾਜਨੀਤਿਕ ਪੈਂਤੜਿਆਂ ਦੀ ਲੋੜ ਹੁੰਦੀ, ਚੁਸਤੀ ਚਲਾਕੀ ਦੀ ਲੋੜ ਹੁੰਦੀ। ਪੁਰਾਣੇ ਸਮਿਆਂ ਵਿੱਚ ਕੁਝ ਹੋਰ ਸਮਾਂ ਸੀ। ਅੱਜ ਦਾ ਜੋ ਯੁੱਗ ਹੈ ਉਹਦੇ ਵਿੱਚ ਕੀ ਹੈ? ਹੁਣ ਤਾਂ ਬਹੁਤਾਤ ਵੇਖਣ 'ਚ ਆਉਂਦਾ ਹੈ, ਜਿਵੇਂ ਲੀਡਰ ਨੇਤਾ ਦਾ ਬੱਚਾ ਨੇਤਾ ਬਣਦਾ, ਉਹਨੂੰ ਉਸੇ ਤਰ੍ਹਾਂ ਆਪਣੀ ਛਤਰ ਛਾਇਆ ਤਿਆਰ ਕਰ ਲੈਂਦਾ ਵੀ ਜਦੋਂ ਮੈਂ ਰਾਜਨੀਤੀ ਕਰਨ ਜੋਗਾ ਨਾ ਰਵਾਂ, ਉਦੋਂ ਮੇਰੀ ਜਗ੍ਹਾ ਤੇ ਇਹ ਟਿਕਟ ਲਵੇ ਤੇ ਇਹ ਮਿਨਿਸਟਰ ਬਣ ਜਾਏ। ਤੇ ਇਸੇ ਤਰ੍ਹਾਂ ਸੰਤਾਂ ਨੇ ਆਪਣੇ ਪੁੱਤਰ ਸੰਤ ਬਣਾ ਲਏ। ਜਿੰਨੇ ਚਿਰ ਨੂੰ ਜਵਾਨ ਹੁੰਦਾ ਉਹਨਾਂ ਅੱਧਾ ਸਮਾਜ ਉਹਦੀ ਪੂਜਾ ਕਰਨ ਲੱਗ ਜਾਂਦਾ, ਤੇ ਉਹਦੇ ਮਰਨ ਤੋਂ ਬਾਅਦ ਉਸੇ ਦੀ ਪੱਗ ਉਹਦੇ ਮੁੰਡੇ ਨੂੰ ਵੱਧ ਜਾਂਦੀ ਹੈ, ਕਿਉਂਕਿ ਉਹ ਸੰਤ ਦਾ ਮੁੰਡਾ ਹੈ। ਇਹ ਟ੍ਰੈਂਡ ਚੱਲ ਪਿਆ। ਕਿਸ ਚੀਜ਼ ਨਾਲ ਸੰਸਾਰ ਜੁੜਿਆ ਹੋਇਆ? ਕਿਸੇ ਆਤਮਿਕ ਸੁੱਖ ਨਾਲ, ਕਿਸੇ ਮਹਾਨ ਕਰਨੀ ਨਾਲ। ਕਰਨੀ ਦੀ ਖਬਰ ਹੀ ਕਿਹਨੂੰ ਹੈ? ਨਹੀਂ, ਅਸੀਂ ਜੁੜੇ ਹੋਏ ਹਾਂ ਬਾਹਰੀ ਦਿੱਖ ਨਾਲ। ਜੋ ਪ੍ਰਭਾਵ ਅਸੀਂ ਗ੍ਰਹਿਣ ਕਰ ਲਿਆ, ਅਸੀਂ ਉਹਨੂੰ ਸਮਝ ਲਿਆ ਵੀ ਇਹ ਦਰਵੇਸ਼ੀ ਹੈ, ਇਹ ਫਕੀਰੀ ਹੈ, ਇਹ ਸੰਤਤਾਈ ਹੈ। ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਹੈ ਦਰਵੇਸ਼। ਅੱਗੇ ਬੜਾ ਬਾਕਮਾਲ ਫਰਮਾਉਂਦੇ ਨੇ, ਤਤੀ ਧੋਏ ਨਾ ਪੱਲਵੈ ਜੇ ਜਲ ਟੁੱਬੀ ਦੇ, ਫਰੀਦਾ ਜੋ ਡੋਹਾਗਣ ਰੱਬ ਦੀ, ਚੂਰੇਂਦੀ ਚੂਰੇ। ਉੱਪਰਲੇ ਸ਼ਲੋਕ ਦੀ ਵਿਆਖਿਆ ਕਰਦੇ ਹਾਂ, ਬਾਬਾ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ ਵੀ ਇੱਕ ਬੂਟਾ, ਰੁੱਖ, ਫਸਲ ਉਹ ਹੁੰਦੀ ਹੈ ਜਿਸ ਨੂੰ ਪਾਣੀ ਨਹੀਂ ਮਿਲਦਾ ਤੇ ਉਹ ਸੁੱਕ ਜਾਂਦੀ ਹੈ। ਉਹ ਸੁੱਕ ਰਹੀ ਹੋਵੇ ਤੇ ਆਪਾਂ ਕਹਿੰਦੇ ਵੇਖੋ ਜ਼ਮੀਨ ਸੁੱਕੀ ਪਈ ਹੈ, ਜੇ ਇਹਨੂੰ ਪਾਣੀ ਮਿਲ ਜਾਏ ਨਾ ਬੂਟੇ ਨੂੰ ਤੇ ਹਰਿਆ ਭਰਿਆ ਹੋ ਜਾਏ। ਹੁਣ ਜਿਹੜਾ ਬੂਟਾ ਗਰਮੀ ਨਾਲ ਸੁੱਕ ਰਿਹਾ ਨਾ, ਖੁਸ਼ਕੀ ਨਾਲ ਸੁੱਕ ਰਿਹਾ, ਉਹਨੂੰ ਕੋਈ ਪਾਣੀ ਪਾ ਦੇ ਤੇ ਉਹ ਹਰਿਆ ਭਰਿਆ ਹੋ ਸਕਦਾ, ਟਹਿਕ ਸਕਦਾ। ਪਰ ਇੱਕ ਚੀਜ਼ ਹੋਰ ਨੋਟ ਕਰਨਾ, ਕੁਝ ਬੂਟੇ ਮਰਦੇ ਹੀ ਪਾਣੀ ਨਾਲ। ਤੁਸੀਂ ਕਈ ਵਾਰ ਵੇਖਿਆ, ਪਾਣੀ ਜ਼ਿਆਦਾ ਖਲੋ ਜਾਏ ਆਸੇ ਪਾਸੇ ਤਾਂ ਵੀ ਬੂਟੇ ਸੁੱਕ ਜਾਂਦੇ ਨੇ। ਇੱਕ ਤਾਂ ਸੁੱਕਦੇ ਨੇ ਗਰਮੀ ਨਾਲ, ਤਪਸ਼ ਨਾਲ, ਖੁਸ਼ਕੀ ਨਾਲ। ਉਹਨਾਂ ਨੂੰ ਤੁਸੀਂ ਪਾਣੀ ਪਾ ਦਿਓ ਤੇ ਉਹ ਟਹਿਕ ਪੈਣਗੇ, ਹਰੇ ਭਰੇ ਹੋ ਜਾਣਗੇ। ਇੱਕ ਬੂਟੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਆਲੇ ਦੁਆਲੇ ਪਾਣੀ ਜ਼ਿਆਦਾ ਖੜਾ ਹੋ ਜਾਏ ਤੇ ਉਹ ਤਾਂ ਸੁੱਕ ਜਾਂਦੇ ਨੇ, ਗਲ ਜਾਂਦੇ ਨੇ। ਤੇ ਜਿਹੜਾ ਤਪਸ਼ ਦਾ ਸੁੱਕਿਆ ਹੋਇਆ ਉਹ ਤੇ ਪਾਣੀ ਨਾਲ ਹਰਿਆ ਹੋ ਜਾਂਦਾ। ਜਿਹੜਾ ਜਿਹਨੂੰ ਪਾਣੀ ਦੀ ਮਾਰ ਪੈ ਜਾਏ ਨਾ, ਉਹ ਕਿਵੇਂ ਵੀ ਹਰਿਆ ਨਹੀਂ ਹੋ ਸਕਦਾ, ਜਿਹਨੂੰ ਪਾਣੀ ਦੀ ਮਾਰ ਪੈ ਜਾਏ। ਇਹਦਾ ਭਾਵ ਕੀ ਹੈ? ਵੀ ਜਿਸ ਮਨੁੱਖ ਨੂੰ ਦਰਵੇਸ਼ੀ ਕਮਾਉਣ ਦਾ ਚਾਅ ਹੈ, ਉਹ ਆਪਣੇ ਅੰਦਰ ਦੇ ਚਾਅ ਨਾਲ ਕਮਾਈ ਕਰਦਾ ਹੈ ਤੇ ਉੱਚੇ ਜੀਵਨ ਦਾ ਮਾਲਕ ਬਣ ਜਾਂਦਾ ਹੈ। ਉਹ ਤਾਂ ਸਮਝੋ ਵੀ ਪਹਿਲਾਂ ਖੁਸ਼ਕੀ 'ਚ ਜੀ ਰਿਹਾ ਸੀ, ਤਪਸ਼ ਮਾਣ ਰਿਹਾ ਸੀ, ਤੇ ਉਹਨੂੰ ਕਿਸੇ ਨੇ ਪਾਣੀ ਪਾ ਦਿੱਤਾ, ਜੁਗਤ ਦੱਸ ਦਿੱਤੀ, ਤੇ ਉਹਨੇ ਉਹ ਜੁਗਤ ਕਮਾਈ ਤੇ ਉਹਦਾ ਭਲਾ ਹੋ ਗਿਆ, ਉਹ ਤੇ ਟਹਿਕ ਪਿਆ। ਤੇ ਇੱਕ ਉਹਨੇ ਜਿਹੜੇ ਪਹਿਲਾਂ ਹੀ ਮੰਨ ਕੇ ਬਹਿ ਗਏ ਨੇ ਵੀ ਅਸੀਂ ਦਰਵੇਸ਼ ਹਾਂ, ਉਹ ਪਾਣੀ ਦੇ ਝੰਬੇ ਹੋਏ ਨੇ, ਉਹ ਨਹੀਂ ਹਰੇ ਹੋ ਸਕਦੇ। ਉਹਨਾਂ ਕਮਾਉਣਾ ਹੀ ਕੱਖ ਨਹੀਂ, ਉਹਨਾਂ ਮੰਨ ਬੈਠੇ ਨੇ ਉਹ ਵੀ ਅਸੀਂ ਪਹਿਲਾਂ ਹੀ ਕਮਾਈ ਵਾਲੇ ਹਾਂ। ਹੁਣ ਜਿਵੇਂ ਆਪਾਂ, ਮੇਰੇ ਵਰਗਾ ਬੰਦਾ ਮੰਨ ਲਵੇ ਵੀ ਮਹਾਰਾਜ ਮੈਂ ਗੁਰਮੁਖ ਹਾਂ, ਗੱਲ ਹੀ ਮੁੱਕ ਗਈ। ਅਸੀਂ ਜਿੰਨੇ ਬੈਠੇ, ਅਸੀਂ ਕਦੇ ਮਹਾਰਾਜ ਨੂੰ ਇਹ ਆਖਿਆ ਸੱਚੇ ਪਾਤਸ਼ਾਹ ਅਸੀਂ ਤੇ ਮਨਮੁਖ ਆ, ਗੁਰਮੁਖ ਹੋਣ ਆਏ ਆ ਇੱਥੇ? ਨਹੀਂ, ਅਸੀਂ ਘਰੋਂ ਹੀ ਗੁਰਮੁਖ ਬਣ ਕੇ ਤੁਰਦੇ ਹਾਂ। ਮੈਂ ਗੁਰਮੁਖ ਹਾਂ। ਤੇ ਗੁਰੂ ਕਹਿੰਦਾ ਫਿਰ ਤੂੰ ਲੈਣ ਮੇਰੇ ਕੋਲ ਕੀ ਹੈ? ਤੂੰ ਤਾਂ ਪਹਿਲਾਂ ਹੀ ਪੁੱਗਿਆ ਹੋਇਆ, ਪਹਿਲਾਂ ਹੀ ਮੁਕੰਮਲ ਹੈ ਤੂੰ ਤਾਂ ਫਿਰ ਬਹੁਤ ਉੱਚਾ ਹੈ। ਤੇਰੀ ਤਾਂ ਪਦਵੀ ਪਹਿਲਾਂ ਹੀ ਬੜੀ ਸਿਖਰ ਦੇ ਉੱਤੇ ਹੈ। ਤੂੰ ਪਹਿਲਾਂ ਹੀ ਜੇ ਗੁਰਮੁਖ ਹੈ, ਤੂੰ ਪਹਿਲਾਂ ਹੀ ਨੇਕ ਹੈ, ਭਗਤ ਹੈ, ਸਚਿਆਰਾ ਹੈ,
ਫਿਰ ਤਾਂ ਤੈਨੂੰ ਮਾਣ ਹੀ ਦਿੱਤਾ ਜਾ ਸਕਦਾ, ਤੈਨੂੰ ਸਿਖਾਇਆ ਤੇ ਕੁਝ ਨਹੀਂ ਨਾ ਜਾ ਸਕਦਾ, ਕਿਉਂਕਿ ਤੂੰ ਭਰਮ ਵਿੱਚ ਜੀ ਰਿਹਾ, ਤੂੰ ਮੰਨ ਗਿਆ ਵੀ ਮੈਂ ਪਹਿਲਾਂ ਹੀ ਉੱਤਮ ਹਾਂ, ਮੈਂ ਪਹਿਲਾਂ ਹੀ ਗੁਰਮੁਖ ਹਾਂ। ਸਾਨੂੰ ਤੇ ਗੁਰੂ ਦੀ ਬਾਤ ਕੀ ਕਹਿੰਦੀ ਹੈ ਵੀ ਗੁਰੂ ਪਰਮੇਸ਼ਰ ਦੇ ਸਾਹਮਣੇ ਅਸੀਂ ਕਿਹੋ ਜਿਹਾ ਵਿਹਾਰ ਕਰਕੇ ਕੀ ਅਸੈਪਟ ਕਰਨਾ ਹੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤू सर्व कला का ज्ञाता माधो, हम ऐसे तू ऐसा, हम पापी तुम पाप खंडन नीको ठाकुर देसा। पर ਅਸੀਂ ਸਾਰੀ ਜ਼ਿੰਦਗੀ ਜਿਵੇਂ ਬਾਕੀ ਲੋਕਾਂ ਕੋਲ ਆਪਣੀਆਂ ਖੂਬੀਆਂ ਗਿਣਾਉਂਦੇ ਹਾਂ, ਗੁਰੂ ਕੋਲ ਵੀ ਆਪਣੀਆਂ ਖੂਬੀਆਂ ਹੀ ਗਿਣਾਉਂਦੇ ਹਾਂ। ਇੱਥੇ ਵੀ ਅਸੈਪਟ ਨਹੀਂ ਕਰਦੇ ਅਸੀਂ। ਇਹਦਾ ਭਾਵ ਹੈ ਵੀ ਅਸੀਂ ਭਰਮ ਦੇ ਚੰਬੇ ਹੋਏ ਹਾਂ। ਭਰਮ ਦਾ ਪਾਣੀ ਜਿਹੜਾ ਉਹ ਸਾਡੇ ਇਰਦ ਗਿਰਦ ਖੜਾ ਹੈ ਤੇ ਉਹਦੇ ਅਸੀਂ ਇਹੋ ਜਿਹੇ ਮਾਰੇ ਹੋਏ ਹਾਂ ਵੀ ਹੁਣ ਅਸੀਂ ਹਰੇ ਨਹੀਂ ਹੋ ਸਕਦੇ। ਚਾਹ ਮੁੱਕ ਗਿਆ ਅੰਦਰੋਂ, ਅੰਦਰ ਜਿਹੜੀ ਉਤਸੁਕਤਾ ਹੈ ਨਾ, ਵੇਖੋ ਬਾਣੀ ਜੇ ਪੜ੍ਹੀ ਜਾਣੀ ਆ ਤੇ ਚਾਹ ਤੋਂ ਬਿਨਾਂ ਨਹੀਂ ਪੜ੍ਹੀ ਜਾਣੀ। ਜੇ ਚਾਹ ਤੋਂ ਬਿਨਾਂ ਹੈ ਜਿਹੜੀ ਚਾਹ ਤੋਂ ਬਿਨਾਂ ਬਾਣੀ ਪੜ੍ਹਨੀ, ਚਾਹ ਤੋਂ ਬਿਨਾਂ ਸਤ ਸੰਗਤ 'ਚ ਬੈਠਣਾ, ਚਾਹ ਤੋਂ ਬਿਨਾਂ ਗੁਰੂ ਦਾ ਉਪਦੇਸ਼ ਸੁਣਨਾ, ਚਾਹ ਤੋਂ ਬਿਨਾਂ ਸੇਵਾ ਕਰਨੀ, ਚਾਹ ਤੋਂ ਬਿਨਾਂ ਵਲੰਟੀਅਰ ਹੋ ਕੇ ਵਿਚਰਨਾ, ਉਹ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਬੱਧਾ ਚੱਟੀ ਜੋ ਭਰੇ ਨਾ ਗੁਣ। ਹੁਣ ਮੈਂ ਗੁਟਕਾ ਸਾਹਿਬ ਖੋਲ ਲਵਾਂ ਤੇ ਜਪਜੀ ਸਾਹਿਬ ਸ਼ੁਰੂ ਕਰਾਂ ਤੇ ਜੇ ਮੇਰੇ ਅੰਦਰ ਚਾਹ ਨਹੀਂ ਨਾ, ਜਪਜੀ ਸਾਹਿਬ ਦਾ ਪਾਠ ਤੇ ਪੂਰਾ ਮੈਂ ਕਰ ਹੀ ਲੈਣਾ, ਪਰ ਉਹ ਮੈਂ ਖੁਦ ਸੋਚਾਂ ਵੀ ਮੈਂ ਜਿਹੜਾ ਇਹ ਪਾਠ ਕੀਤਾ ਹੈ ਇਹ ਕਿਹੜੀ ਮਨੋਬਿਰਤੀ ਨਾਲ ਕੀਤਾ, ਕੀ ਸੋਚ ਕੇ ਕੀਤਾ, ਕਿੰਨਾ ਕੁ ਚਾਅ ਸੀ ਮੇਰੇ ਅੰਦਰ। ਕਿਤੇ ਪੂਰਾ ਕਰਨ ਵਾਸਤੇ ਤੇ ਸ਼ੁਰੂ ਨਹੀਂ ਕੀਤਾ। 38 ਪੌੜੀਆਂ ਸ਼ਲੋਕ ਦੀ ਮੁਕੰਮਲ ਇੱਕ ਵਾਰ ਪੜ੍ਹ ਛੱਡਣਾ, ਬਸ ਗੱਲ ਖਤਮ ਹੋ ਗਈ। ਉਹ ਅੰਦਰ ਦੀ ਜਿਹੜੀ ਲਗਨ, ਅੰਦਰ ਦੀ ਜਿਹੜੀ ਤਾਰ ਜੁੜਨੀ ਸੀ ਸ਼ਬਦ ਨਾਲ, ਬਾਣੀ ਨਾਲ, ਜੇ ਉਹ ਨਹੀਂ ਜੁੜ ਸਕੀ ਤੇ ਉਹ ਜਿਹੜਾ ਬੰਦੇਜ ਹੈ ਉਹ ਮੈਨੂੰ ਤੰਗ ਕਰੇਗਾ। ਹੁਣ ਜਿੰਨਾ ਚਿਰ ਪਾਠ ਨਹੀਂ ਹੁੰਦਾ ਉਹਨਾਂ 'ਚ ਬੇਚੈਨੀ ਜੀ ਰਹਿੰਦੀ ਹੈ ਕਿ ਪੂਰਾ ਹੋ ਜਾਏ, ਪੂਰਾ ਹੋ ਜਾਏ। ਤੇ ਗਿੱਜਾ ਨਾ ਕਈ ਵਾਰ ਬੰਦਾ ਵੱਡੀ ਲਮੇਰੀ ਬਾਣੀ ਸ਼ੁਰੂ ਕਰ ਲੈਂਦਾ ਹੈ। ਕਈ ਵਾਰ ਇਸ ਤਰ੍ਹਾਂ ਵੀ, ਮੈਂ ਮਨੋਬਿਰਤੀ ਦੀ ਗੱਲ ਕਰਦਾ, ਕਈ ਵਾਰ ਇਸ ਤਰ੍ਹਾਂ ਵਾਪਰਦਾ ਤੇ ਫਿਰ ਉਹ ਬੇਚੈਨੀ ਦੇ ਵਿੱਚ ਉਹਨਾਂ ਕੁ ਸਮਾਂ ਕੱਢਦਾ ਹੈ। ਕਿਉਂ? ਅੰਦਰ ਚਾਅ ਨਹੀਂ ਹੈ, ਉਤਸ਼ਾਹ ਨਹੀਂ ਹੈ, ਪ੍ਰੇਮ ਨਹੀਂ ਹੈ। ਤੋ ਸਤਿਗੁਰੂ ਜੀ ਇੱਥੇ ਫਰਮਾਉਂਦੇ ਨੇ ਤਤੀ ਤੋਏ ਨਾ ਪਲਵੈ, ਜਿਹੜੀ ਬੂਟੀ, ਜਿਹੜਾ ਬੂਟਾ, ਪੌਦਾ, ਫਸਲ ਪਾਣੀ ਦੇ ਨਾਲ ਸੜ ਜਾਏ ਉਹ ਹਰੀ ਨਹੀਂ ਹੋ ਸਕਦੀ। ਪਲਵੈ ਦਾ ਮਤਲਬ ਹੈ ਪ੍ਰਫੁੱਲਤ ਨਹੀਂ ਹੋ ਸਕਦੀ। ਜੇ ਜਲ ਟੁੱਬੀ ਦੇ ਉਹਨੂੰ ਭਾਵੇਂ ਹੋਰ ਪਾਣੀ ਪਾ ਦਿਓ ਤੁਸੀਂ। ਫਰੀਦਾ ਜੋ ਡੁਹਾਗਣ ਰੱਬ ਦੀ, ਡੁਹਾਗਣ ਦਾ ਮਤਲਬ ਹੁੰਦਾ ਹੈ ਜੋ ਰਿਲੇਸ਼ਨ ਵਿੱਚ ਇਮਾਨਦਾਰ ਨਾ ਹੋਵੇ। ਬਾਣੀ 'ਚ ਦੋ ਕਰੈਕਟਰ ਨੇ, ਇੱਕ ਸੁਹਾਗਣ, ਇੱਕ ਦੁਹਾਗਣ। ਸੁਹਾਗਣ ਦਾ ਮਤਲਬ ਸੋ ਮਤਲਬ ਆਪਣੇ ਏਮ, ਆਪਣੇ ਰਿਸ਼ਤੇ, ਆਪਣੇ ਖਸਮ, ਆਪਣੇ ਪਤੀ ਨੂੰ ਸਮਰਪਿਤ ਹੈ ਜਿਹੜੀ, ਉਹਨੂੰ ਸੁਹਾਗਣ ਕਹਿੰਦੇ ਨੇ। ਇਹ ਪਤੀ ਤੇ ਪਤਨੀ ਦੋਵਾਂ ਵਾਸਤੇ ਸ਼ਬਦ ਹੈ। ਤੇ ਦੁਹਾਗਣ ਦਾ ਮਤਲਬ ਕਿ ਦੋ ਹਾਗਣ, ਜਿਸ ਨੇ ਦੂਜੇ ਪਾਸੇ ਵੀ ਕਿਤੇ ਚਿੱਤ ਧਰਿਆ ਹੋਇਆ, ਜਿਹੜੀ ਰਿਸ਼ਤੇ ਦੇ ਪ੍ਰਤੀ ਕਮਿਟਡ ਨਹੀਂ, ਇਮਾਨਦਾਰ ਨਹੀਂ, ਆਪਣੇ ਰਿਲੇਸ਼ਨ ਦੇ ਵਿੱਚ ਖਿਆਨਤ ਕਰਨ ਵਾਲਾ ਜਿਹੜਾ ਬੰਦਾ ਹੈ ਉਹਨੂੰ ਦੁਹਾਗਣ ਕਿਹਾ ਜਾਂਦਾ। ਤੇ ਇੱਥੇ ਕੀ ਹੈ? ਜੋ ਦੁਹਾਗਣ ਰੱਬ ਦੀ, ਜਿਹੜਾ ਰੱਬ ਪ੍ਰਤੀ ਕਮਿਟਡ ਨਹੀਂ ਹੈ, ਜਿਹੜਾ ਪਰਮੇਸ਼ਰ ਪ੍ਰਤੀ ਸਮਰਪਿਤ ਨਹੀਂ ਹੈ, ਜਿਹੜਾ ਸਰਵ ਵਿਆਪੀ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਨਹੀਂ ਕਰਦਾ ਹੈ, ਉਹਦੇ ਪੱਲੇ ਕੀ ਪੈਂਦਾ ਹੈ? ਚੂਰੇਂਦੀ ਝੂਰੇ, ਝੋਰਾ, ਚਿੰਤਾਵਾਂ, ਝੋਰੇ, ਗਮ, ਦੁੱਖ, ਮਾਨਸਿਕ ਆਤਮਕ ਵਿਪਦਾਵਾਂ, ਅਸ਼ਾਂਤੀ ਤੇ ਭਟਕਣਾ, ਇਹ ਸਾਰੇ ਰੋਗ ਉਹਦੀ ਆਤਮਾ ਨੂੰ, ਇਹ ਸਾਰੇ ਕਲੇਸ਼ ਉਹਦੀ ਆਤਮਾ ਨੂੰ ਘੇਰੀ ਰੱਖਦੇ। ਤੋਂ ਅੱਗੇ ਫਰਮਾਉਂਦੇ ਹਨ, ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ, ਵਤ ਕੁਆਰੀ ਨਾ ਥੀਐ। ਇਹ ਹੁਣ ਇੱਕ ਸਮਾਜਿਕ ਉਦਾਹਰਣ ਸਾਡੀ ਲਈ ਹੈ।
ਬੱਚਾ ਜਾਂ ਬੱਚੀ ਜਿਸ ਵੇਲੇ ਕੁਆਰੇ ਹੁੰਦੇ ਨੇ, ਵੈਸੇ ਕੁਆਰੇ ਤੇ ਛੜੇ 'ਚ ਫਰਕ ਹੁੰਦਾ ਹੈ। ਕੁਆਰਾ ਉਹ ਹੈ ਜਿਸ ਦੀ ਉਮਰ ਵਿਆਹ ਦੀ ਹੈ ਪਰ ਅਜੇ ਵਿਆਹਿਆ ਨਹੀਂ ਗਿਆ, ਤੇ ਛੜਾ ਉਹ ਹੁੰਦਾ ਜਿਹਦੀ ਵਿਆਹ ਦੀ ਉਮਰ ਲੰਘ ਗਈ ਹੈ ਤੇ ਉਹਨੂੰ ਰਿਸ਼ਤਾ ਕੋਈ ਨਹੀਂ ਜੁੜਿਆ। ਜਾਂ ਕੁਆਰੀ ਬੱਚੀ ਜਾਂ ਬੱਚਾ ਜਿਸ ਵੇਲੇ ਕੁਆਰਾ ਤੇ ਉਹਨੂੰ ਚਾਹ ਹੈ, ਮੇਰੀਆਂ ਸਹੇਲੀਆਂ ਮੇਰੇ ਮਿੱਤਰ ਵਿਆਹੇ ਗਏ ਨੇ, ਪਰਿਵਾਰ ਵਾਲੇ ਹੋ ਗਏ ਨੇ, ਜ਼ਿੰਮੇਵਾਰੀ ਵਾਲੇ ਹੋ ਗਏ ਨੇ, ਜਿਸ ਵੇਲੇ ਉਹਦੇ ਵਿਆਹ ਦਾ ਸਮਾਂ ਹੁੰਦਾ ਤੇ ਉਹਨੂੰ ਚਾਹ ਹੁੰਦਾ। ਜਾਂ ਕੁਆਰੀ ਤਾਂ ਚਾਹ ਕਾਹਦਾ ਸੀ ਵੀ ਮੇਰਾ ਵਿਆਹ ਹੋਵੇ, ਤੇ ਜਿਸ ਵੇਲੇ ਵਿਆਹ ਹੋ ਗਿਆ ਵਿਵਾਹੀ ਤਾਂ ਮਾਮਲੇ ਦਾ ਮਤਲਬ ਹੈ ਜ਼ਿੰਮੇਵਾਰੀਆਂ ਪੈ ਗਈਆਂ। ਜਿਸ ਵੇਲੇ ਰਿਸ਼ਤਾ ਜੁੜ ਗਿਆ, ਗ੍ਰਸਥ ਜੀਵਨ ਦੇ ਵਿੱਚ ਇੱਕ ਹੋਰ ਜ਼ਿੰਮੇਵਾਰੀ ਆ ਪਈ, ਤੇ ਫਿਰ ਕੀ ਹੋਇਆ, ਮਾਮਲੇ ਦਰਪੇਸ਼ ਆਏ, ਕਿਉਂਕਿ ਜ਼ਿੰਮੇਵਾਰੀ ਹੈ ਤੇ ਉਲਝਣ ਵੀ ਹੋਏਗੀ। ਤੇ ਜਿਸ ਵੇਲੇ ਉਹ ਮਾਮਲੇ, ਉਹ ਜ਼ਿੰਮੇਵਾਰੀਆਂ ਪਈਆਂ, ਉਹਨਾਂ ਦਾ ਭਾਰ ਚੁੱਕਣਾ ਪਿਆ ਜ਼ਿੰਮੇਵਾਰੀਆਂ ਦਾ, ਉਹ ਮਾਮਲੇ ਨਜਿੱਠਣੇ ਪਏ, ਤੇ ਫਿਰ ਕਈ ਮਨੁੱਖ ਆਪਣੀ ਪਹਿਲੀ ਜ਼ਿੰਦਗੀ ਨੂੰ ਬਹੁਤ ਯਾਦ ਕਰਦੇ ਨੇ। ਜਿਵੇਂ ਕੈਦ 'ਚ ਪਿਆ ਬੰਦਾ ਆਪਣੇ ਆਜ਼ਾਦੀ ਦੇ ਦਿਨਾਂ ਨੂੰ ਚੇਤੇ ਕਰਦਾ ਹੈ ਨਾ, ਕਈ ਬੰਦੇ ਇਵੇਂ ਰਿਸ਼ਤੇ ਵਿੱਚ ਵਿਆਹ ਤੋਂ ਬਾਅਦ ਆਪਣੇ ਕੁਆਰੇਪਨ ਨੂੰ ਚੇਤੇ ਕਰਦੇ। ਬੜੀ ਮੌਜ ਸੀ, ਕੋਈ ਕਹਿਣ ਵਾਲਾ ਨਹੀਂ ਸੀ, ਮਨ ਮਰਜ਼ੀ ਕਰੀਦੀ ਸੀ। ਉਹਨਾਂ ਨੂੰ ਕਈ ਵਾਰ ਪਛਤਾਵਾ ਜਿਹਾ ਹੁੰਦਾ, ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ ਵੀ ਮੈਂ ਜ਼ਿੰਦਗੀ ਦਾ ਇਹ ਪੜਾਅ ਵੀ ਜੀ ਰਿਹਾ। ਉਹਨਾਂ ਨੂੰ ਕਈ ਵਾਰ ਰੰਜ ਜਿਹਾ ਹੁੰਦਾ ਹੈ, ਤਕਲੀਫ ਜਿਹੀ ਹੁੰਦੀ ਹੈ। ਫਿਰ ਉਸ ਤਕਲੀਫ ਤੋਂ ਉਹ ਜਿਹੜੀ ਚੀਜ਼ ਹੈ ਉਹ ਉਲਾਂਭਾ ਬਣਦੀ, ਸ਼ਿਕਵਾ ਬਣਦੀ ਹੈ, ਤੇ ਦੋਵੇਂ ਪਤੀ ਪਤਨੀ ਇੱਕ ਦੂਜੇ ਨੂੰ ਉਲਾਂਭਾ ਤੇ ਸ਼ਿਕਵਾ ਵੀ ਦਿੰਦੇ ਨੇ ਕਿ ਗਲਤੀ ਹੋ ਗਈ, ਬੜੀ ਵੱਡੀ ਭੁੱਲ ਹੋਈ। ਤੇ ਜੇ ਬੰਦਾ, ਦੋ ਤਰ੍ਹਾਂ ਦੀਆਂ ਗੱਲਾਂ ਆਮ ਹੁੰਦੀਆਂ ਨੇ, ਇੱਕ ਤਾਂ ਇਹ ਹੁੰਦੀਆਂ ਵੀ ਨਾ ਹੀ ਕਰਾਉਂਦੇ, ਫਸ ਗਏ ਜਾਂ ਫਸਾ ਦਿੱਤੇ ਘਰਦਿਆਂ ਨੇ, ਤੇ ਜਾਂ ਦੂਜੇ ਕਹਿਣਗੇ ਤੇਰੇ ਨਾਲੋਂ ਚੰਗਾ ਮਿਲਦਾ ਸੀ ਜਾਂ ਤੇਰੇ ਨਾਲੋਂ ਚੰਗੀ ਮਿਲਦੀ ਸੀ, ਇਹ ਫੈਸਲਾ ਗਲਤ ਹੋਇਆ। ਇਹਦਾ ਮਤਲਬ ਦੋਵਾਂ ਗੱਲਾਂ ਦਾ ਇਹ ਹੁੰਦਾ ਸੈਟਿਸਫੈਕਸ਼ਨ ਨਹੀਂ, ਬੰਦਾ ਸੰਤੁਸ਼ਟ ਨਹੀਂ। ਜਿਸ ਹਾਲਾਤ ਵਿੱਚ ਹੈ ਉਹਦੇ 'ਚ ਸੰਤੁਸ਼ਟੀ ਨੂੰ ਮੰਨਣ ਦੀ ਬਜਾਏ ਉਹਦੇ ਵਿੱਚ ਆਸੇ-ਪਾਸੇ ਭਟਕ ਰਿਹਾ। ਹਾਲਾਂਕਿ ਸਭ ਕੁਝ ਮਰਜ਼ੀ ਨਾਲ ਮਨੁੱਖ ਨੇ ਸਫ਼ਰ ਜਿਹੜਾ ਮਰਜ਼ੀ ਨਾਲ ਤੈਅ ਕੀਤਾ, ਪਰ ਆਪਣੀ ਮਰਜ਼ੀ ਤੇ ਵੀ ਬੰਦਾ ਸੈਟਿਸਫਾਈ ਨਹੀਂ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਇਹਨੂੰ ਕੀ ਕਹਿੰਦੇ ਨੇ, ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ। ਹੁਣ ਤਾਂ ਇਹ ਪਛਤਾਵਾ ਹੈ ਕਿ ਵੱਤ ਕੁਆਰ, ਉਹ ਕੁਆਰੇਪਨ ਵਾਲੀ, ਉਹ ਪਹਿਲੀ ਜਿਹੜੀ ਜ਼ਿੰਦਗੀ, ਉਹ ਪਹਿਲੇ ਜਿਹੜੇ ਪਲ ਬੀਤੇ ਨੇ ਨਾ ਮੇਰੇ, ਇਸ ਜ਼ਿੰਮੇਵਾਰੀ ਤੋਂ ਬਿਨਾਂ ਹੁਣ ਵਾਪਸ ਨਹੀਂ ਆ ਸਕਦੇ। ਪਛਤਾਵਾ ਹੈ। ਇਸ ਸ਼ਲੋਕ ਦਾ ਭਾਵ ਕੀ ਹੈ? ਉਦਾਹਰਣ ਤਾਂ ਸਾਡੀ ਆਮ ਸਮਾਜਕ ਹੈ, ਪਰ ਇਸ ਉਦਾਹਰਣ ਦਾ ਅਸਲ ਭਾਵ ਕੀ ਹੈ? ਕੁਆਰੀ ਦਾ ਭਾਵ ਹੈ ਜਿਸ ਵੇਲੇ ਪਰਮੇਸ਼ਰ, ਰੱਬ, ਧਰਮ ਦੇ ਰਾਹ ਤੇ ਪੈਰ ਨਹੀਂ ਸੀ, ਤਾਂ ਬੜਾ ਚਾਅ ਅੰਦਰ ਕਿਤੇ ਮੈਂ ਵੀ ਧਰਮ ਦੇ ਰਾਹ ਤੇ ਤੁਰਾਂਗਾ, ਮੈਂ ਵੀ ਕਿਤੇ ਦਰਵੇਸ਼ ਬਣਾ, ਮੇਰੇ ਹਿਰਦੇ 'ਚ ਵੀ ਕਿਤੇ ਨਾਮ ਵਸ ਜਾਏ, ਮੈਂ ਵੀ ਕਿਤੇ ਮਹਾਨ ਪੁਰਖਾਂ ਵਰਗਾ ਉਹਨਾਂ ਦੀ ਸੇਵਾ ਕਰਕੇ ਕਿਤੇ ਮਾੜੀ ਮੋਟੀ ਕਣੀ ਧਰਮ ਦੀ, ਸੱਚ ਦੀ ਮੇਰੇ ਜੀਵਨ 'ਚ ਵੀ ਹੋਵੇ। ਪਰ ਜਿਸ ਵੇਲੇ ਜਾਂ ਕੁਆਰੀ ਤਾਂ ਚਾਓ, ਵਿਵਾਹੀ, ਜਦੋਂ ਉਸ ਰਾਹ ਦੇ ਉੱਤੇ ਕਮਿਟਡ ਹੋ ਗਿਆ ਨਾ ਬੰਦਾ ਵੀ ਚਲੋ ਤੁਰਦੇ ਹਾਂ, ਫਿਰ ਮਾਮਲੇ ਪੈਣੇ ਸਨ, ਜ਼ਿੰਮੇਵਾਰੀ ਵਧਣੀ ਸੀ। ਫਿਰ ਗੁਰੂ ਨੇ ਆਖਣਾ ਸੀ ਆਹ ਛੱਡ ਦੇਈਂ, ਆਹ ਕਰ ਲਈ, ਆਹ ਨਹੀਂ ਕਰਨਾ, ਆਹ ਇਸ ਤਰ੍ਹਾਂ ਕਰਨਾ ਹੈ, ਆਹ ਉਗਣ ਛੱਡ ਦੇਈਂ, ਆਹ ਬਦੀ ਤਿਆਗ ਦੇਈਂ। ਉਹ ਜਦੋਂ ਮਾਮਲੇ ਵਧੇ ਨਾ ਜ਼ਿੰਦਗੀ ਦੇ ਵਿੱਚ, ਫਿਰ ਬੰਦਾ ਆਪਣੀ ਪਹਿਲੀ ਜ਼ਿੰਦਗੀ ਨੂੰ ਚੇਤੇ ਕਰਦਾ। ਕਈ ਇਸ ਤਰ੍ਹਾਂ ਹੀ ਕਰਦੇ ਨਾ, ਖੰਡੇ ਕੀ ਪੌਲ ਛਕ ਲਈ। ਧਰਮ ਪ੍ਰਚਾਰਕ ਨੇ ਕਿਹਾ ਵੀ ਗੁਰੂ ਦੇ ਜਹਾਜ਼ ਤੇ ਸਵਾਰ ਹੋਵੋ, ਗੁਰੂ ਦੀ ਮੱਤ ਲਓ, ਗੁਰੂ ਦੀ ਰਹਿਤ ਵਿੱਚ ਆਓ। ਤੇ ਜੇ ਮਨ ਦ੍ਰਿੜ ਸਮਝੀ ਨਹੀਂ ਸੀ ਨਾ ਗੱਲ ਵੀ ਜ਼ਿੰਮੇਵਾਰੀ ਹੈ, ਖੰਡੇ ਕੀ ਪੌਲ ਛਕਣਾ ਇੱਕ ਜ਼ਿੰਮੇਵਾਰੀ ਆਇਦ ਕਰਨਾ ਹੈ। ਜੇ ਕਕਾਰ ਪਹਿਨਣੇ ਤੇ ਨਾਲ ਜ਼ਿੰਮੇਵਾਰੀ ਵੀ ਤੇ ਨਿਭਾਉਣੀ ਪੈਣੀ ਹੈ ਨਾ, ਉਹਨਾਂ ਕਕਾਰਾਂ ਦੀ ਇੱਜ਼ਤ ਵੀ ਰੱਖਣੀ ਪੈਣੀ ਹੈ, ਰਹਿਤ ਵੀ ਧਾਰਨ ਕਰਨੀ ਪੈਣੀ, ਕੁਰੈਤ ਤੋਂ ਬਚਣਾ, ਉਹ ਸਾਰਾ ਕੁਝ ਨਾਲ ਹੀ ਪੂਰੇ ਦਾ ਪੂਰਾ ਸਾਨੂੰ ਉਹ ਜੋ ਕ੍ਰੀਏਟ ਕੀਤਾ ਹੈ ਗੁਰੂ ਸਾਹਿਬ ਨੇ ਸਿਸਟਮ, ਉਹ ਸਾਰਾ ਹੀ ਅਪਣਾਉਣਾ ਪੈਣਾ ਹੈ ਨਾ। ਇਹ ਥੋੜੀ ਹੈ ਵੀ ਮੈਂ ਕਹਾਂ ਮਹਾਰਾਜ ਗਾਤਰਾ ਤੇ ਮੈਂ ਪਾ ਸਕਦਾ, ਪਰ ਵੇਖੋ ਰਹਿਤਾਂ ਕੁਰੈਤਾਂ ਵਾਲੇ ਚੱਕਰ 'ਚ ਨਾ ਪਾਇਓ, ਇਹ ਨਹੀਂ ਹੋਣਾ। ਮਹਾਰਾਜ ਕਹਿਣਗੇ ਪਾਉਣਾ ਕਾਹਨੂੰ ਹੈ,
इदां ही है ना जी। वो जिहड़ी चीज़ है फिर तो पूरा दा पूरा ही गुरु का हुक्म मनना पैना है। वो तो कमिटमेंट होनी है, एक प्रण होना, एक वादा होना। फिर की होया भी चलो पाउल भी छक लई, ककार धारण कर लै। हुण जदों रहत की गल आई तो हुण पुराणियां आदतां सिर चुकदियां ने। जदों पुराणी जदों जिहड़े मित्र दोस्त ने जदों कहंदे किहड़े राह पै गए, साडा तो एक बंदा घट गया, कित्थे आपां जुआ खेडदे सां, कसीनो जांदे सां, पब क्लब जांदे सां, सानूं भी एक बंदे की बड़ी घाट रड़कदी, किहड़े राह पै गए। तो वो बंदे नूं भी अंदरों हुंदा भी काली कर गए, 2 साल होर कढ लैंदे। हुण वो मामले ने जिठने औखे सन, हुण वो पछताउंदा है कई बार भी जे किते ते जे ज़्यादा जोर वध जाए फिर अंदरों तो फिर बंदा त्याग भी दिंदा है। आपां समाज च रहिंदे वापरदियां इन्हां गल्लां। इसलिए 5 प्यारे साहिबान पहलां कहिंदे ने, जज्बाती हो के आयो, लालच वस आयो, डर वस आयो तो वापस चले जाओ। एक कमिटमेंट है, पर असीं उत्थे समझिए जे इस गल नूं तां बहुत वड्डी गल है। सतगुरु महाराज के प्यार विच जीण वास्ते वो मामले भी नजिठने पैणगे जिहड़े मामले दरपेश होने। तो गुरु साहब जी इसे करके फरमाउंदे ने, फरीदा है वो पछोताओ वत कुआरी ना थी है। जे तू रिश्ते च बज गया ना तो फिर हुण ओहदियां जिम्मेवारियां नूं नजिठ, ओहदे फर्ज पूरे कर, यही तेरे लिए उत्तम है। फिर तू असल सुहागण होएगा, फिर तू सही मायनिਆਂ ਦੇ ਵਿੱਚ उस रिश्ते का निग मान सकेगा। जे तेरे अंदर अजे भी पुरानियां गल्लां दा जोर है तो तू पछतावा कर रहे रिश्ते च बज गए कानू, फिर ये निभना नहीं। तो जे निभया भी तो बड़ा औखा निभेगा, एक भार लगेगा तेनों, एक बोझ लगेगा तेनों। तू अंडर प्रैशर रह के हर पल बतीत करेगा, प्रैशराइज हो के तू जीवन का सफर तय करेगा, तो ये तेरे सफर में बड़ा औखा, ये सारा स्वाद गवा देगा सफर का। जे बंदा भार ज्यादा चुक ले तो शरीर की ताकत सत्या उन्नी ना होवे, ते भार शरीर नालों वध होवे ते बंदा किन्नी तकलीफ च सफर तय करदा। इसलिए गुरु महाराज ने सानू इत्थे समझाया, जदों गुरु वाले पासे तुरीए, रब वाले पासे तुरीए, उस चार नूं एक तां मरन ना दईए, उस चार नूं जिउंदियां रखीए, ते उस जिम्मेवारी ते फर्ज की अदायगी करते रहिए, उस नूं इंजॉय करिए, उस नूं माणीए। फिर ही साडा यह सफर सुखावां ते आनंददायक हो सकता है। गरीब नवाज महाराज बख्शिश कृपा रहमत करन। सतगुरु सच्चे पातशाह दी ये मत साडे सबनां दे मन हिरदियां दे विच वसे, असीं गुरु दी सिੱਖੀ, गुरु दे धर्म नूं कमा सकीए। महाराज होईयां भुल्लां चुकां दी खिमा बख्शण। आप सरबत संगत दा बहुत बहुत धन्नवाद। अदब सहित गुरु फतेह नाल सांझ बनाओ। वाहिगुरू जी का खालसा, वाहिगुरू जी की फतेह।